ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਤੁਹਾਡਾ ਆਪਣਾ ਹਰਪ੍ਰੀਤ ਡਰੋਲੀ ਲਫ਼ਜ਼ਾਂ ਨਾਲ ਸਾਂਝ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸੋ ਅੱਜ ਬੜੇ ਹੀ ਦੁਖੀ ਹਿਰਦੇ ਨਾਲ ਇਸ ਚੈਨਲ ਦੇ ਮਾਧਿਅਮ ਦੁਆਰਾ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਜਾ ਰਿਹਾ ਹਾਂ ਕਿ ਆਦਮਪੁਰ ਦੇ ਮਹਾਨ ਕਵਿੱਤਰੀ ਗੁਰਪ੍ਰੀਤ ਗੀਤ ਜੀ, ਜਿਨ੍ਹਾਂ ਦਾ ਅੱਜ ਦੁਨੀਆ ਦੇ ਵਿੱਚ ਨਾਮ ਹੈ, ਉਹ ਸਾਨੂੰ ਪਿਛਲੇ ਦਿਨੀ ਹੀ ਸਰੀਰਕ ਤੌਰ ਤੇ ਵਿਛੋੜਾ ਦੇ ਗਏ। ਇਸ ਫਾਨੀ ਸੰਸਾਰ ਨੂੰ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋ ਉਹਨਾਂ ਦੀ ਅੱਜ 30 ਜੁਲਾਈ ਅੰਤਿਮ ਅਰਦਾਸ ਮੌਕੇ ਸੋ ਇਸ ਚੈਨਲ ਦੁਆਰਾ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਜਾ ਰਹੇ ਹਾਂ। ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੇ ਬਾਰੇ ਕੁਝ ਗੱਲਾਂ ਬਾਤਾਂ ਇਸ ਚੈਨਲ ਦੁਆਰਾ ਕੀਤੀਆਂ ਜਾਣਗੀਆਂ। ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਪਹਿਲੀ ਛਪੀ ਹੋਈ ਬੁੱਕ ਕਿਤਾਬ ਸੁਪਨਿਆਂ ਦੇ ਦਸਤਖਤ ਜੋ ਤੁਹਾਨੂੰ ਮੈਂ ਦਿਖਾ ਰਿਹਾ ਹਾਂ, ਇਹ ਉਹਨਾਂ ਦੀ ਪਹਿਲੀ ਕਿਤਾਬ। ਸੋ ਇਹ ਕਿਤਾਬ ਬੜੀ ਜੱਦੋਜਹਿਦ ਕਰਨ ਦੇ ਬਾਵਜੂਦ ਇਹ ਮੈਨੂੰ ਮਿਲੀ ਹੈ। ਸੋ ਬੜੀ ਖੁਸ਼ੀ ਹੋਈ ਮਨ ਨੂੰ ਕਿ ਉਹਨਾਂ ਦੀ ਕਿਤਾਬ ਮੈਨੂੰ ਮਿਲੀ ਅਤੇ ਮੈਂ ਤੁਹਾਡੇ ਸਾਹਮਣੇ ਅੱਜ ਰੱਖ ਰਿਹਾ ਹਾਂ। ਸੋ ਇਹ ਕਿਤਾਬ ਅਜੇ ਮਾਰਕੀਟ ਦੇ ਵਿੱਚ ਆਉਣੀ ਹੈ, ਅਜੇ ਪਬਲਿਸ਼ ਹੋਣੀ ਹੈ। ਸੋ ਦੇਖਦੇ ਹਾਂ ਇਹ ਕਿਤਾਬ ਕਦੋਂ ਮਾਰਕੀਟ ਦੇ ਵਿੱਚ ਆਉਂਦੀ ਹੈ। ਸੋ ਮੈਂ ਨਾਲ ਹੀ ਧੰਨਵਾਦ ਕਰਦਾ ਕਿ ਪਬਲਿਸ਼ਰ ਜਿਹੜੇ ਗੁਰਪ੍ਰੀਤ ਭਾਜੀ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਕਿਤਾਬ ਤੱਕ ਮੈਨੂੰ ਪਹੁੰਚਾਇਆ ਅਤੇ ਮੈਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਾਇਆ। ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਨਾਲ ਹੀ ਸਕਰੀਨ ਦੇ ਉੱਤੇ ਉਹਨਾਂ ਦਾ ਨੰਬਰ ਦਿੱਤਾ ਜਾ ਰਿਹਾ ਹੈ। ਕਿਸੇ ਨੇ ਵੀ ਇਹ ਕਵਿਤਾ ਲੈਣੀ ਹੋਵੇ, ਪੜ੍ਹਨੀ ਹੋਵੇ, ਸੋ ਉਹਨਾਂ ਨਾਲ ਕੰਟੈਕਟ ਕਰ ਸਕਦਾ ਹੈ, ਉਹਨਾਂ ਨੂੰ ਔਡਰ ਕਰ ਸਕਦਾ ਹੈ। ਸੋ ਤੁਹਾਨੂੰ ਇਹ ਕਿਤਾਬ ਮਿਲ ਸਕਦੀ ਹੈ। ਸੋ ਹੁਣ ਅਸੀਂ ਆਪਣੇ ਚੈਨਲ ਦੁਆਰਾ ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੀਆਂ ਰਚਨਾਵਾਂ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹ ਜਿਹੜੀ ਕਿਤਾਬ ਗੁਰਪ੍ਰੀਤ ਗੀਤ ਜੀ ਦੀ, ਉਹਨਾਂ ਨੇ ਆਪਣੀ ਭਤੀਜੀ ਦੇ ਨਾਮ ਇਹ ਕਿਤਾਬ ਕੀਤੀ ਹੈ। ਸੋ ਉਹ ਲਿਖਦੇ ਹਨ, ਸੀਰਤ ਦੇ ਨਿੱਘੇ ਮਿੱਠੇ ਤੇ ਤੋਤਲੇ ਬੋਲ। ਉਹਨਾਂ ਦੀ ਭਤੀਜੀ ਦਾ ਨਾਮ ਹੈ ਸੀਰਤ। ਕੀ ਲਿਖਦੇ ਹਨ? ਸੀਰਤ ਦੇ ਨਿੱਘੇ ਮਿੱਠੇ ਤੇ ਤੋਤਲੇ ਬੋਲ, ਹਰ ਇੱਕ ਜੀ ਦਾ ਸੀਨਾ ਠਾਰਦੇ। ਸੀਰਤ ਨੇ ਪਹਿਲੀ ਮੁਸਕਾਨ ਦਿੱਤੀ, ਮੁੜ ਆਇਆ ਜੀਆਂ ਦਾ ਬਚਪਨਾ। ਹਾਸੇ ਠੱਠੇ ਕਿੱਸੇ ਕਹਾਣੀਆਂ ਉਹ ਹੁੰਗਾਰੇ ਭਰਦੀ, ਸਭ ਜੀ ਉਹਦੇ ਹੁੰਗਾਰੇ ਆਪਣੀਆਂ ਜੇਬਾਂ ਵਿੱਚ ਭਰਦੇ। ਰੱਜਿਆਂ ਮਹਿਸੂਸ ਕਰ ਜੇ ਮੇਰੀ ਭਤੀਜੀ ਸੀਰਤ, ਆਪਣੇ ਨਾਲ ਕਿੰਨਾ ਕੁਝ ਨਵਾਂ ਲੈ ਆਈ ਹੈ, ਉਹ ਸਾਨੂੰ ਕਿੰਨਾ ਕੁਝ ਨਵਾਂ ਸਿਖਾਏਗੀ। ਸੋ ਉਹਨਾਂ ਨੇ ਇੱਕ ਜਿਹੜੀ ਬੁੱਕ ਹੈ, ਇੱਕ ਕਿਤਾਬ ਆਪਣੀ ਭਤੀਜੀ ਦੇ ਨਾਲ ਨਾਮ ਕੀਤੀ ਹੈ। ਸੋ ਜਿਹੜੀ ਅਹਿਮ ਇਸ ਕਿਤਾਬ ਦੇ ਵਿੱਚ ਗੱਲ ਹੈ ਕਿ ਦੋ ਸ਼ਬਦ ਜਿਹੜੇ ਉਹਨਾਂ ਨੇ ਆਪਣੇ ਦੁਆਰਾ ਲਿਖੇ ਹੈ, ਕਿਉਂਕਿ ਇਹ ਮੈਂ ਕਿਤਾਬ ਪੜ੍ਹ ਚੁੱਕਾ ਹਾਂ, ਸੋ ਉਹ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਦੋ ਸ਼ਬਦ ਬੜੇ ਹੀ ਪਿਆਰੇ ਹਨ, ਉਹਨਾਂ ਨੇ ਲਿਖਿਓ। ਸੋ ਆਪ ਜੀ ਦੇ ਸਾਹਮਣੇ ਰੱਖਦਾ ਹਾਂ। ਮੇਰੇ ਲਈ ਕਵਿਤਾ ਲਿਖਣਾ, ਬਾਰਿਸ਼ ਪਿੱਛੋਂ ਆ ਰਹੀ ਮਿੱਟੀ ਦੀ ਮਹਿਕ ਇਕੱਠੀ ਕਰਨਾ ਹੈ, ਅਤੇ ਬਾਰਿਸ਼ ਦੀ ਅਣਹੋਂਦ 'ਚ ਕਣੀ ਲਈ ਤੜਫਣਾ ਵੀ। ਜਦੋਂ ਕਿਧਰੇ ਵੀ ਕਣੀ ਨਾ ਬਰਸੇ, ਮਿੱਟੀ ਦੀ ਮਹਿਕ ਦਾ ਤਸੱਵਰ ਹੋਰ ਤੇਜ਼ ਹੋ ਜਾਂਦਾ ਹੈ। ਘਰ 'ਚ ਕਵਿਤਾ ਅਤੇ ਕਿਤਾਬਾਂ ਪਹਿਲਾਂ ਹੀ ਮੌਜੂਦ ਸੀ। ਵੱਡੀ ਭੈਣ ਕਵਿਤਾ ਲਿਖਦੀ ਸੀ, ਕਦੇ ਕਦੇ ਗਜ਼ਲ ਵਰਗਾ ਕੁਝ। ਮੈਂ ਉਸ ਦੀਆਂ ਕਵਿਤਾਵਾਂ ਦੀ ਪਹਿਲੀ ਪਾਠਕ ਸਾਂ। ਸੋ ਮੇਰੇ ਕੋਲ ਕਵਿਤਾ ਦੀ ਮਹਿਕ ਸਾਕਾਰ ਕਵਿਤਾ ਤੋਂ ਪਹਿਲਾਂ ਹੀ ਪਹੁੰਚ ਗਈ। ਉਸਦੇ ਲੇਖਕ ਬਣਨ ਦੇ ਸੁਪਨੇ ਨੂੰ ਤਾਂ ਬੂਰ ਨਹੀਂ ਪਿਆ, ਪਰ ਮੇਰੀ ਉਂਗਲ ਉਹ ਕਵਿਤਾ ਹੱਥ ਫੜਾ ਗਈ। ਮੈਂ ਉਸ ਦਾ ਹੀ ਅਧੂਰਾ ਸੁਪਨਾ ਜੀ ਰਹੀ। ਇਸ ਕਮਰਸ਼ੀਅਲ ਦੌਰ 'ਚ ਡੈਮੇਜ ਹੋ ਰਹੀ ਆਤਮਾ ਅਤੇ ਬੁੱਧੀ ਨੂੰ ਸਿਉਣ ਲਈ ਤੋਪਾ ਸਿਰਜਦੀ ਹਾਂ। ਰੁੰਡ ਮਰੁੰਡ ਹੋਏ ਰੁੱਖਾਂ ਦੇ ਦੁਬਾਰਾ ਉੱਗੇ ਪੱਤੇ ਦੇਖ ਕਵਿਤਾ 'ਚ ਆਪਣਾ ਵਿਸ਼ਵਾਸ ਮੁੜ ਸੁਰਜੀਤ ਕਰਦੀ। ਅੱਗੇ ਵਧਣ ਤੋਂ ਪਹਿਲਾਂ ਉਹਨਾਂ ਦੀਆਂ ਰਚਨਾਵਾਂ ਦੇ ਮੈਂ ਨਾਮ ਬੋਲਣਾ ਚਾਹੁੰਦਾ ਹਾਂ। ਸੋ ਉਹਨਾਂ ਦੀ ਕਵਿਤਾ ਆਉਂਦੀ ਹੈ, ਲਚਕ ਤੇਰਾ ਪਤਾ ਵੇ ਸੁਜਾਖੇ ਮੇਲ, ਜਦ ਤੂੰ ਕੋਲ ਨਹੀਂ ਹੁੰਦਾ, ਡੋਬਨਾ ਤੇਰੇ ਖਲਾਅ 'ਚ ਪ੍ਰਵੇਸ਼, ਜਾਂਦੇ ਵਾਰੇ ਨੂੰ ਅਤੇ ਜ਼ਖਮੀ ਹੱਥ, ਸਿਰਜਣਾ ਤੋਂ ਪਹਿਲਾਂ, ਸੁਪਨੇ ਦਾ ਅਸਤਿਤਵ, ਯਕੀਨ, ਸਪੇਸ ਅਤੇ ਉਡਾਣ। ਉਹਨਾਂ ਦੀਆਂ ਕੁਝ ਕਵਿਤਾਵਾਂ ਦੇ ਜੋ ਮੈਂ ਤੁਹਾਨੂੰ ਨਾਮ ਬੋਲ ਕੇ ਦੱਸੇ ਹਨ, ਅਤੇ ਉਹਨਾਂ ਦੀਆਂ ਹੁਣ ਕਵਿਤਾਵਾਂ ਵੱਲ ਝਾਕ ਮਾਰਦੇ ਹਾਂ। ਸੋ ਇਸ ਕਿਤਾਬ ਵਿੱਚ ਸਭ ਤੋਂ ਪਹਿਲੀ ਉਹਨਾਂ ਦੀ ਕਵਿਤਾ ਆਉਂਦੀ ਹੈ, ਲਚਕ। ਸੋ ਆਓ ਅਸੀਂ ਇਸ ਕਵਿਤਾ ਨੂੰ ਪੜ੍ਹਦੇ ਹਾਂ।
रोशनी दी बूंद बर्फ ते लरजदी गतिशील हो जाता हिमाला। पहाड़ी सिखरां तो पिघलदी बर्फ मिट्टी नूं गुड़ती मिलदी यात्रा दी। पानी सांभदा आकार नदी दी ढलाण च। नदी रेत कणां तक मिट्टी विछाउंदी। थल दे भाग खुलदे, जंगल उगदे, दरिया वगदे, मैदानां चारागाहां ते दौड़न लगदी जिंदगी दी हिरनी। हिमाला नूं इजहार लई किन्ना लाजमी हुंदा एक नदी दा गतिशील होना। सो ये उन्हां दी कविता। अगली कविता तेरा पता। मींह दियां कणियां तेरे तक पुज्जण लई निक्के निक्के हज़ारां पुल। इन्हां कणियां ते तुरदी तेरे तक कदों पुज जांदी हां। मैनूं पता ही नहीं लगदा, तूं भी तां मेरा इंतज़ार करदा है। इन्हां निक्कियां कणियां हेठ तलियां टिकाई मैनूं किवें पता लग जांदा है। सो अगली कविता असीं साझी करदे हां उन्हां दी डोब ना। सो इन्हां दी कविता असीं साझी करदे हां डोब ना। प्रेम हो निसार हो मुक्त कर दे नेड़ता तो। देख सकां खुद नूं साफ स्पष्ट जान लैण दे धुर ते धुरे विचकार दा सच। नज़दीक ना आ धुरा हो हावी ना हो हावी ना हो। ये इन्हां दी कविता डोबना। सो अगली कविता इन्हां दी तेरी आमद। मन दा जंगल चार रखनियां च वंडिया। गरीब दी रोटी वांग एक रखने च तूं। दूजे च घर, तीजे च किताब, चौथे च मैं मन ते मोर्चा लाउंदी हां। सारा है मेरा मन, केवल मेरा है मेरा मन। मन एक एक रखने नाल तकसीम होण लगदा। मैं मन चों दीवारां ढाह दिंदी हां। जंगल नूं साह आउंदे मन च बिखरियां किताबां च घर तेरी आमद तेरी आमद। सो ये इन्हां दी किताब। सो इन्हां ने भी कई विषयां ते लिखण दी कोशिश कीती आ, कई मुद्दे इन्हां ने चुके आ। सो बड़ा डूंगा लिखण दी कोशिश कीती आ। सो साडे सामने इन्हां ने बड़ियां डूंघियां कवितावां जो सानूं पेश कीतियां। सो अगली जिहड़ी इन्हां दी कविता है जिंदगी तो पार। सो आप जी दे पेशे खिदमत। किनारे ते खड़ पिछे पलट देखदी बहुत कुछ रह गया। किनारे ते खड़ पिछे पलट देखदी बहुत कुछ रह गया। रेत नाल रेत होया मिट्टी नाल मिट्टी। समय दे गोल पत्थर ते ही तुर ना सकिया। समय दे गोल पत्थर नूं रेड़ रिहा किसदा हथ। हो सकदा है ये मेरी ही हथ होवे। हो सकदा है ये मेरा ही हथ होवे। खुद नूं छूण च उलझिया ये हथ नहीं तां पैर है मेरा किसे होर दे कब्जे च। समय दे गोल पत्थर ते पई छटपटाउंदी कलम। ਲੱਭ रही मेरा मस्तक गलोब नूं घुमाउण च असमर्थ। ਲੱਭ रही मेरा मस्तक गलोब नूं घुमाउण च असमर्थ। सो अगली इन्हां दी कविता है अदा। ये कविता जो आप जी दे पेशे खिदमत करदे हां। अदा ये कविता। मेरा आकाश सुन्ना है पर कागज़ नहीं। मेरा आकाश सुन्ना है पर कागज़ नहीं। कागज़ां च हज़ारां आकाश। सो किड्डी वड्डी गल है कि कागज़ां च हज़ारां आकाश। बिल्कुल सही गल है। मेरा आकाश सुन्ना है पर कागज़ नहीं। कागज़ां च हज़ारां आकाश। मैं जिस मर्जी आकाश नूं जदों मर्जी सिरज लैंदी हां। जदों मर्जी नकार दिंदी हां। जदों मर्जी तेरे वल भेज दिंदी हां। कविता रचदी मैं आकाश गंगा हो रही हां। हर टुੱਟੇ तारे नूं अपने अंदर जज़ब कर रही हां। आपां तारियां तो बने हां ते कवि टुੱਟੇ तारे हां। बिल्कुल सही। बहुत ही कह लो इस किताब नूं पढ़ के जो आनंद आउंदा है
सो मेरा तो यही कहना है कि ਜਿਹੜੇ भी ਸਾਹਿਤ ਨੂੰ प्यार करते हैं सो ये किताब जरूर पढ़न। सो सब तो अखीर च उन्होंने एक अपनी लिखत छापी है उबासी लैंदियां कि जिहड़ी WhatsApp ते भी बहुत फेमस हो चुकी एक कविता है। सो ये लिखत WhatsApp ते तुसी आम ही देख सकते हैं कि इन्नी फेमस हो चुकी है उबासी लैंदियां। सो मैं ये भी तुहाडे सामने रखना चाहुंदा हाँ। चाह दा कप हसदा, चाह दा कप हसदा खिੱਚਦਾ अपने वल, असी हौली हौली घुट घुट करके सारी चाह अपने अंदर डोल लैंदे हाँ। ते सारी सुस्ती चाह दे कप अंदर हुण खाली चाह दा कप उदासिया जिहा झाकदा, असी मूँह मोड़ अगे तुर पैंदे हाँ, असी खाली होणों किन्ना डरदे हाँ। सो ये इन्हां दी जिहड़ी लिखत आ ਉਹ ਅਸੀਂ आम ही WhatsApp ਤੇ ਜਿਹੜੀ बड़ी फेमस हो चुकी एक कविता है लिखत है ਉਹ ਅਸੀਂ देखते हाँ। इस चैनल के माध्यम द्वारा गुरप्रीत गीत जी ਦੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ। सो अगली वीडियो विच उन्हां दे अंतिम अरदास मौके उन्हां दे घर दी वीडियो दिखाई जाएगी। उन्हां दे घर किहड़ियां महान हस्तियां आईयां, किहड़े किहड़े कवियां ने, किहड़े किहड़े बुलारियां ने, उन्हां नूं उन्हां दी अंतिम अरदास ते शरधा दे फुੱਲ भेट कीते। सो वो सारा तुहानूं दिखाया जाएगा। सो इसे तरह जिस तरह इस वीडियो नूं तुसीं देखिया है, प्यार दिता है, इसे तरह अगली वीडियो भी देखना जी। तुहाडा सारिआं दा तहे दिलों धन्नवाद।